ਅੱਜ ਮੈਨੂੰ ਜੇਲ੍ਹ ਵਿੱਚ ਆਏ ਹੋਏ 15 ਦਿਨ ਹੋ ਚੁੱਕੇ ਸੀ। ਜਦੋਂ ਮੈਨੂੰ ਪੁਲਿਸ ਫੜ ਕੇ ਲੈ ਜਾ ਰਹੀ ਸੀ ਉਦੋਂ ਮੈਂ ਆਪਣੇ ਮੁਹੱਲੇ ਵਾਲਿਆਂ ਦੇ ਬਹੁਤ ਤਾਨੇ ਸੁਣੇ ਸੀ। ਮੇਰੇ ਗੁਆਂਢੀ ਕਹਿ ਰਹੇ ਸੀ ਕਿ ਤੁਸੀਂ ਪਤੀ ਦਾ ਖੂਨ ਕੀਤਾ ਹੈ, ਆਪਣੇ ਹੱਥਾਂ ਨਾਲ ਆਪਣੇ ਆਪ ਨੂੰ ਨਰਕ ਵਿੱਚ ਸੁੱਟ ਦਿੱਤਾ। ਰੱਬ ਮੇਰੇ ਵਰਗੀਆਂ ਔਰਤਾਂ ਨੂੰ ਕਦੇ ਮਾफ़ ਨਹੀਂ ਕਰੇਗਾ। ਮੈਨੂੰ ਤਾਂ ਫਾਂਸੀ ਹੋਣੀ ਚਾਹੀਦੀ ਸੀ। ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਮੈਂ ਚਰਿੱਤਰਹੀਣ ਹਾਂ। ਜਦੋਂ ਮੇਰੇ ਸ਼ਰੀਫ ਪਤੀ ਨੇ ਮੈਨੂੰ ਰੋਕਣਾ ਚਾਹਿਆ ਤਾਂ ਮੈਂ ਗੁੱਸੇ ਵਿੱਚ ਉਸ ਦਾ ਖੂਨ ਕਰ ਦਿੱਤਾ। ਪਰ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਇੱਕ ਉਹ ਜੋ ਸਭ ਨੂੰ ਨਜ਼ਰ ਆਉਂਦਾ, ਇੱਕ ਉਹ ਜਿਸ ਨੂੰ ਸਿਰਫ ਅਸੀਂ ਖੁਦ ਹੀ ਜਾਣਦੇ ਹਾਂ, ਜਿਸ ਨੂੰ ਦੇਖਣ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਆ। ਮੇਰੇ ਵਿਆਹ ਹੋਏ ਨੂੰ 3 ਸਾਲ ਹੋ ਚੁੱਕੇ ਸੀ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਪਹਿਲਾਂ ਤਾਂ ਮੇਰਾ ਪਤੀ ਮੈਨੂੰ ਬਹੁਤ ਮੁਹੱਬਤ ਕਰਦਾ ਸੀ, ਮੈਂ ਵੀ ਬਹੁਤ ਖੁਸ਼ ਸੀ। ਮੈਨੂੰ ਇੰਨੀ ਮੁਹੱਬਤ ਕਰਨ ਵਾਲਾ ਪਤੀ ਮਿਲਿਆ, ਉਹ ਤਾਂ ਮੇਰੇ ਉੱਤੇ ਆਪਣੀ ਜਾਨ ਵਾਰਦਾ ਸੀ। ਮੈਂ ਰੱਬ ਦਾ ਸ਼ੁਕਰੀਆ ਅਦਾ ਕਰਦੀ, ਉਸਨੇ ਮੈਨੂੰ ਇੰਨਾ ਚੰਗਾ ਪਤੀ ਦਿੱਤਾ। ਪਰ ਫਿਰ ਸਮੇਂ ਦੇ ਨਾਲ ਨਾਲ ਸਭ ਕੁਝ ਬਦਲਦਾ ਚਲਾ ਗਿਆ। ਮੇਰੇ ਪਤੀ ਦਾ ਵਿਵਹਾਰ ਮੇਰੇ ਨਾਲ ਬਦਲਣ ਲੱਗਾ। ਹੁਣ ਉਹ ਮੇਰੇ ਤੋਂ ਖਿਝਿਆ ਰਹਿਣ ਲੱਗਿਆ। ਉਸ ਦੀ ਦਿਲਚਸਪੀ ਮੇਰੇ ਵਿੱਚ ਘੱਟ ਹੁੰਦੀ ਜਾ ਰਹੀ ਸੀ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ। ਹੁਣ ਉਹ ਰਾਤ ਭਰ ਤੋਂ ਘਰ ਤੋਂ ਬਾਹਰ ਰਹਿੰਦਾ ਸੀ ਤੇ ਜਦੋਂ ਘਰ ਵਾਪਸ ਆਉਂਦਾ ਸੀ ਤਾਂ ਉਹਦੇ ਕੱਪੜਿਆਂ ਉੱਤੇ ਅਜੀਬ ਜਿਹੇ ਧੱਬੇ ਹੁੰਦੇ ਸੀ। ਉਸ ਦੇ ਕੱਪੜਿਆਂ ਵਿੱਚੋਂ ਅਕਸਰ ਪਰਫਿਊਮ ਦੀ ਖੁਸ਼ਬੂ ਆਉਂਦੀ ਸੀ। ਜਦੋਂ ਮੈਂ ਉਸ ਨੂੰ ਪੁੱਛਦੀ ਤਾਂ ਉਹ ਗੁੱਸੇ ਵਿੱਚ ਆ ਕੇ ਮੈਨੂੰ ਗਾਲਾਂ ਦੇਣ ਲੱਗਦਾ। ਕਦੇ ਤਾਂ ਉਸ ਨੂੰ ਇੰਨਾ ਗੁੱਸਾ ਆ ਜਾਂਦਾ ਕਿ ਉਹ ਮੈਨੂੰ ਕਮਰੇ ਵਿੱਚ ਬੰਦ ਕਰ ਦਿੰਦਾ ਸੀ ਤੇ ਮੇਰੇ ਉੱਤੇ ਹੱਥ ਵੀ ਉਠਾਉਂਦਾ ਸੀ। ਕਦੇ ਤਾਂ ਮੈਨੂੰ ਐਵੇਂ ਲੱਗਦਾ ਸੀ ਜਿਵੇਂ ਮੈਂ ਕਿਸੇ ਜੇਲ੍ਹ ਵਿੱਚ ਆ ਚੁੱਕੀ ਹਾਂ। ਇੱਕ ਦਿਨ ਮੇਰਾ ਪਤੀ ਸਵੇਰ ਦੇ ਸਮੇਂ ਘਰ ਆਇਆ ਤਾਂ ਮੈਨੂੰ ਉਸ ਉੱਤੇ ਬਹੁਤ ਗੁੱਸਾ ਆ ਰਿਹਾ ਸੀ। ਮੈਂ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਘੂਰ ਕੇ ਦੇਖਿਆ। ਮੈਂ ਉਸ ਨੂੰ ਪੁੱਛਿਆ ਕਿ ਤੂੰ ਕਿੱਥੇ ਸੀ? ਮੈਂ ਸਾਰੀ ਰਾਤ ਤੇਰਾ ਇੰਤਜ਼ਾਰ ਕਰਦੀ ਰਹੀ। ਮੈਂ ਦੇਖਿਆ ਤਾਂ ਉਸ ਦੀਆਂ ਅੱਖਾਂ ਲਾਲ ਹੋ ਰਹੀਆਂ ਸੀ। ਮੇਰੇ ਪੁੱਛਣ ਉੱਤੇ ਮੇਰੇ ਪਤੀ ਨੇ ਮੇਰੇ ਤਰਫ ਗੁੱਸੇ ਨਾਲ ਦੇਖਿਆ ਤੇ ਮੈਨੂੰ ਕਹਿਣ ਲੱਗਾ, ਸਵੇਰੇ ਸਵੇਰੇ ਕਿਉਂ ਮੇਰਾ ਦਿਮਾਗ ਖਰਾਬ ਕਰ ਰਹੀ ਆਂ? ਜਾਹਿਲ ਔਰਤ, ਇੱਥੋਂ ਜਾ ਅਤੇ ਸੌਂ ਜਾ। ਮੈਂ ਉਸ ਨੂੰ ਕਿਹਾ ਕਿ ਮੈਂ ਕਿਤੇ ਨਹੀਂ ਜਾ ਰਹੀ। ਮੈਨੂੰ ਦੱਸ, ਤੂੰ ਸਾਰੀ ਰਾਤ ਕੀ ਕਰ ਰਿਹਾ ਸੀ? ਮੈਂ ਸਾਰੀ ਰਾਤ ਘਰ ਵਿੱਚ ਇਕੱਲੀ ਰਹਿੰਦੀ ਹਾਂ ਤੇ ਤੇਰੇ ਕੋਲ ਮੇਰੇ ਲਈ ਸਮਾਂ ਹੀ ਨਹੀਂ। ਮੈਂ ਚੀਕ ਕੇ ਉਸ ਨੂੰ ਪੁੱਛਿਆ। ਉਸਨੇ ਮੈਨੂੰ ਕਿਹਾ ਕਿ ਤੂੰ ਚਾਹੁੰਦੀ ਕੀ ਆ? ਤੇਰੀ ਜੀ ਹਜ਼ੂਰੀ ਕਰਦਾ ਰਹਾਂ। ਇਹ ਕਹਿ ਕੇ ਉਸਨੇ ਕਮਰੇ ਵਿੱਚ ਚਲਾ ਗਿਆ। ਮੈਂ ਵੀ ਉਸਦੇ ਪਿੱਛੇ ਕਮਰੇ ਵਿੱਚ ਚਲੀ ਗਈ। ਉਹ ਆਰਾਮ ਨਾਲ ਬੈਠ ਕੇ ਆਪਣਾ ਮੋਬਾਈਲ ਚਲਾ ਰਿਹਾ ਸੀ। ਇਹ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਕਿ ਉਹ ਮੇਰੀ ਸਾਰੀ ਰਾਤ ਦੀ ਨੀਂਦ ਹਰਾਮ ਕਰਕੇ ਆਰਾਮ ਨਾਲ ਬੈਠਾ। ਹੁਣ ਤਾਂ ਇਹ ਰੋਜ਼ ਦਾ ਹੋ ਹੀ ਚੁੱਕਿਆ ਸੀ। ਕੱਪੜੇ ਫਟੇ ਹੋਏ ਹੁੰਦੇ ਤਾਂ ਕਦੇ ਸ਼ਰਟ ਨੀਚੇ ਤੋਂ ਫਟੀ ਹੋਈ ਹੁੰਦੀ। ਹੁਣ ਮੈਨੂੰ ਉਸ ਉੱਤੇ ਸ਼ੱਕ ਹੋਣ ਲੱਗਿਆ ਸੀ। ਮੈਨੂੰ ਉਸ ਦੀ ਜੇਬ ਵਿੱਚੋਂ ਅਜੀਬ ਜਿਹੀਆਂ ਚੀਜ਼ਾਂ ਮਿਲਦੀਆਂ। ਮੈਨੂੰ ਯਕੀਨ ਹੋ ਗਿਆ ਸੀ ਕਿ ਮੇਰਾ ਪਤੀ ਮੈਨੂੰ ਧੋਖਾ ਦੇ ਰਿਹਾ। ਸ਼ਾਇਦ ਉਹ ਬਾਜ਼ਾਰੂ ਔਰਤਾਂ ਦੇ ਚੱਕਰ ਵਿੱਚ ਪੈ ਚੁੱਕਿਆ ਸੀ। ਮੈਂ ਉਸ ਦੀਆਂ ਹਰਕਤਾਂ ਤੋਂ ਬਹੁਤ ਜ਼ਿਆਦਾ ਤੰਗ ਆ ਗਈ ਸੀ। ਇਹ ਸਭ ਗੱਲਾਂ ਸੋਚ ਕੇ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀ ਸੀ। ਦੁਨੀਆ ਦੀ ਨਜ਼ਰ ਵਿੱਚ ਤਾਂ ਮੇਰਾ ਪਤੀ ਇੱਕ ਚੰਗਾ ਆਦਮੀ ਸੀ। ਸਾਰੇ ਲੋਕ ਉਸ ਨੂੰ ਬਹੁਤ ਚੰਗਾ ਸਮਝਦੇ ਸੀ ਤੇ ਉਸ ਦੀ ਇਹ ਬਹੁਤ ਇੱਜ਼ਤ ਕਰਦੇ ਸੀ। ਪਰ ਘਰ ਵਿੱਚ ਉਸ ਦਾ ਉਲਟਾ ਹੀ ਸੀ। ਘਰ ਵਿੱਚ ਉਹ ਐਵੇਂ ਰਹਿੰਦਾ ਸੀ ਜਿਵੇਂ ਕੋਈ ਦਰਿੰਦਾ ਹੋਵੇ। ਬਸ ਉਸ ਉੱਤੇ ਹਰ ਸਮੇਂ ਗੁੱਸਾ ਸਵਾਰ ਰਹਿੰਦਾ ਸੀ। ਇੱਕ ਦਿਨ ਮੈਂ ਉਸ ਦੇ ਕੱਪੜੇ ਧੋ ਰਹੀ ਸੀ ਤਾਂ ਮੇਰਾ ਹੱਥ ਉਸ ਦੀ ਜੇਬ ਉੱਤੇ ਲੱਗਾ। ਉਸ ਦੀ ਜੇਬ ਵਿੱਚੋਂ ਨਿਕਲਦੀ ਚੀਜ਼ ਦੇਖ ਕੇ ਮੈਂ ਹੈਰਾਨ ਰਹਿ ਗਈ। ਜਦੋਂ ਮੈਂ ਆਪਣੇ ਪਤੀ ਨੂੰ ਇਸ ਬਾਰੇ ਵਿੱਚ ਸਵਾਲ ਕੀਤਾ ਤਾਂ ਉਹ ਬਹੁਤ ਘਬਰਾ ਗਿਆ। ਮੈਨੂੰ ਕਹਿਣ ਲੱਗਾ, ਤੈਨੂੰ ਕੀ ਲੱਗਦਾ ਮੈਂ ਇਹ ਸਭ ਕਰਦਾ ਫਿਰਦਾ? ਫਿਰ ਰਿਹਾ ਤੂੰ ਮੇਰੇ ਉੱਤੇ ਸ਼ੱਕ ਕਰਦੀ ਆਂ, ਮੇਰੀ ਜਸੂਸੀ ਕਰਦੀ ਆਂ। ਮੈਂ ਉਸ ਨੂੰ ਕਿਹਾ, ਤੂੰ ਇਨਸਾਨ ਨਹੀਂ ਜਾਨਵਰ ਆਂ। ਸੱਚ ਦੱਸ, ਤੂੰ ਹੁਣ ਕਿੰਨੀਆਂ ਦੀ ਜ਼ਿੰਦਗੀ ਖਤਮ ਕਰ ਚੁੱਕਿਆ? ਮੈਂ ਗੁੱਸੇ ਤੇ ਅਫਸੋਸ ਦੇ ਨਾਲ ਉਸ ਨੂੰ ਇਹ ਸਭ ਪੁੱਛ ਰਹੀ ਸੀ ਤੇ ਸਾਡੀ ਗੱਲਬਾਤ ਮਾਰ-ਕੁੱਟ ਤੱਕ ਆ ਗਈ। ਉਸਨੇ ਕਿਹਾ, ਤੂੰ ਬਕਵਾਸ ਕਰ ਰਹੀ ਆਂ, ਮੇਰੇ ਅੱਗੇ ਆਪਣੀ ਜ਼ੁਬਾਨ ਚਲਾ ਰਹੀ ਆਂ। ਜੇ ਤੂੰ ਹੁਣ ਮੈਨੂੰ ਇੱਕ ਵੀ ਸਵਾਲ ਕੀਤਾ ਤਾਂ ਮੈਂ ਤੈਨੂੰ ਜਾਨ ਤੋਂ ਮਾਰ ਦੇਵਾਂਗਾ। ਮੇਰੇ ਤੇ ਮੇਰੇ ਪਤੀ ਦੇ ਵਿਚਕਾਰ ਝਗੜਾ ਬਹੁਤ ਵੱਧ ਗਿਆ। ਉਹ ਗੁੱਸੇ ਵਿੱਚ ਮੇਰੇ ਤਰਫ ਆਇਆ ਤੇ ਮੈਨੂੰ ਮਾਰਨ ਲੱਗਾ। ਮੈਂ ਆਪਣੇ ਬਚਾਅ ਦੇ ਲਈ ਇੱਕ ਡੰਡਾ ਚੁੱਕ ਲਿਆ। ਮੈਂ ਉਸ ਤੋਂ ਡਰ ਗਈ ਸੀ। ਜਾਣੇ ਅਣਜਾਣੇ ਵਿੱਚ ਮੈਂ ਆਪਣੇ ਪਤੀ ਦੇ ਸਿਰ ਉੱਤੇ ਡੰਡਾ ਮਾਰ ਦਿੱਤਾ। ਉਸ ਦੇ ਸਿਰ ਵਿੱਚੋਂ ਬਹੁਤ ਜ਼ਿਆਦਾ ਖੂਨ ਨਿਕਲਿਆ, ਜਿਸ ਨਾਲ ਪੂਰੀ ਜ਼ਮੀਨ ਲਾਲ ਹੋ ਗਈ ਤੇ ਉਹ ਖੁਦ ਵੀ ਜ਼ਮੀਨ ਉੱਤੇ ਡਿੱਗ ਗਿਆ। ਸਾਡੇ ਝਗੜੇ ਦੀਆਂ ਆਵਾਜ਼ਾਂ ਗੁਆਂਢੀਆਂ ਨੇ ਸੁਣ ਲਈਆਂ ਸੀ, ਇਸ ਲਈ ਉਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਜਦੋਂ ਮੈਨੂੰ ਸਾਇਰਨ ਦੀਆਂ ਆਵਾਜ਼ਾਂ ਆਈਆਂ ਉਦੋਂ ਮੈਨੂੰ ਹੋਸ਼ ਆਇਆ। ਮੈਂ ਦੇਖਿਆ ਕਿ ਮੇਰਾ ਪਤੀ ਮ੍ਰਿਤਕ ਹਾਲਤ ਵਿੱਚ ਜ਼ਮੀਨ 'ਤੇ ਪਿਆ ਸੀ। ਇੰਨੇ ਵਿੱਚ ਪੁਲਿਸ ਅੰਦਰ ਆ ਗਈ ਤੇ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਤੇ ਲਿਜਾ ਕੇ ਜੇਲ੍ਹ 'ਚ ਬੰਦ ਕਰ ਦਿੱਤਾ। ਉੱਥੇ ਮੇਰੇ ਨਾਲ ਇੱਕ ਬੁੱਢੀ ਔਰਤ ਵੀ ਸੀ। ਸ਼ਾਇਦ ਉਸਨੇ ਵੀ ਕਿਸੇ ਦਾ ਖੂਨ ਕੀਤਾ ਸੀ।
ਮੈਂ ਉਸ ਬੁੱਢੀ ਔਰਤ ਨੂੰ ਦੇਖ ਕੇ ਬਹੁਤ ਜ਼ਿਆਦਾ ਡਰਦੀ ਸੀ, ਕਿਉਂਕਿ ਉਹ ਬਹੁਤ ਹੀ ਅਜੀਬ ਗਰੀਬ ਜਿਹੀਆਂ ਹਰਕਤਾਂ ਕਰਦੀ ਰਹਿੰਦੀ ਸੀ। ਕਦੇ ਬੈਠੇ ਬੈਠੇ ਹੱਸਣ ਲੱਗਦੀ ਤਾਂ ਕਦੇ ਬੈਠੇ ਬੈਠੇ ਰੋਣ ਲੱਗਦੀ, ਕਦੇ ਬਿਲਕੁਲ ਚੁੱਪ ਹੋ ਜਾਂਦੀ। ਮੈਨੂੰ ਤਾਂ ਸ਼ੱਕ ਹੁੰਦਾ ਸੀ ਕਿ ਉਸ ਉੱਤੇ ਵੀ ਉਹ ਪਾਗਲ ਆ, ਪਰ ਅਜਿਹਾ ਨਹੀਂ ਸੀ। ਉਹ ਬਿਲਕੁਲ ਠੀਕ ਸੀ। ਮੇਰੇ ਲਈ ਸ਼ੁਰੂ ਵਿੱਚ ਜੇਲ੍ਹ ਵਿੱਚ ਰਹਿਣਾ ਬਹੁਤ ਮੁਸ਼ਕਲ ਸੀ। ਮੈਂ ਉੱਥੇ ਰਾਤ ਭਰ ਜਾਗਦੀ ਰਹਿੰਦੀ। ਮੈਂ ਸੋਚਦੀ ਕਿਤੇ ਇਹ ਔਰਤ ਮੇਰੇ ਉੱਤੇ ਅਟੈਕ ਨਾ ਕਰ ਦੇਵੇ। ਆਖਰ ਐਵੇਂ ਕਦੋਂ ਤੱਕ ਚੱਲਦਾ? ਮੈਂ ਕਦੋਂ ਤੱਕ ਇਸ ਔਰਤ ਤੋਂ ਡਰਦੀ? ਇੱਕ ਦਿਨ ਮੈਂ ਉਸ ਔਰਤ ਤੋਂ ਡਰਨਾ ਛੱਡ ਦਿੱਤਾ, ਕਿਉਂਕਿ ਮੈਂ ਸਮਝ ਗਈ ਸੀ ਕਿ ਹੁਣ ਮੈਂ ਬਾਕੀ ਦੀ ਜ਼ਿੰਦਗੀ ਇੱਥੇ ਰਹਿ ਕੇ ਕੱਟਣੀ ਆ। ਹੋ ਸਕਦਾ ਇਸ ਬੁੱਢੀ ਔਰਤ ਵੀ ਮੇਰੇ ਨਾਲ ਹੀ ਰਹੇ। ਇਸ ਲਈ ਮੈਂ ਹਿੰਮਤ ਕੀਤੀ ਤੇ ਉਸ ਤੋਂ ਡਰਨ ਦੀ ਬਜਾਏ ਚੈਨ ਨਾਲ ਰਹਿਣ ਲੱਗੀ। ਮੈਂ ਅਕਸਰ ਆਪਣੇ ਪਤੀ ਤੇ ਉਸ ਦੀਆਂ ਹਰਕਤਾਂ ਦੇ ਬਾਰੇ ਵਿੱਚ ਸੋਚਦੀ। ਇਸੇ ਤਰ੍ਹਾਂ ਦਿਨ ਗੁਜ਼ਰ ਰਹੇ ਸੀ, ਪਰ ਮੈਨੂੰ ਇੱਕ ਚੀਜ਼ ਨੇ ਸੋਚ ਵਿੱਚ ਪਾ ਰੱਖਿਆ ਸੀ ਕਿ ਉਹ ਬੁੱਢੀ ਔਰਤ ਰੋਜ਼ ਇੱਕ ਤਸਵੀਰ ਨੂੰ ਦੇਖਦੀ ਆ ਤੇ ਉਸ ਨੂੰ ਦੇਖ ਕੇ ਰੋਂਦੀ ਰਹਿੰਦੀ ਆ। ਕਈ ਘੰਟਿਆਂ ਤੱਕ ਉਹ ਤਸਵੀਰ ਨੂੰ ਹੱਥ ਵਿੱਚ ਲੈ ਕੇ ਬੈਠੀ ਰਹਿੰਦੀ ਤੇ ਰੋਂਦੀ ਰਹਿੰਦੀ। ਮੇਰਾ ਸ਼ੱਕ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ। ਮੈਂ ਕਈ ਵਾਰ ਸੋਚਿਆ ਕਿ ਉਸ ਬੁੱਢੀ ਤੋਂ ਇਹ ਤਸਵੀਰ ਲੈ ਕੇ ਦੇਖਾਂ, ਪਰ ਉਹ ਮੈਨੂੰ ਇੰਨੀਆਂ ਅਜੀਬ ਨਜ਼ਰਾਂ ਨਾਲ ਦੇਖਦੀ ਸੀ ਕਿ ਮੈਨੂੰ ਉਸ ਤੋਂ ਡਰ ਆਉਣ ਲੱਗਾ ਸੀ ਤੇ ਮੈਂ ਆਪਣੇ ਇਸ ਖਿਆਲ ਨੂੰ ਛੱਡ ਦਿਆ ਕਰਦੀ ਸੀ। ਇੱਕ ਦਿਨ ਉਹ ਔਰਤ ਰੋਂਦੀ ਰੋਂਦੀ ਕੁਝ ਬੜਬੜਾ ਰਹੀ ਸੀ। ਉਹ ਕਹਿ ਰਹੀ ਸੀ ਕਿ ਮੈਨੂੰ ਮਾਫ਼ ਕਰ ਦੇ ਤੇ ਮੇਰੇ ਕੋਲ ਵਾਪਸ ਆ ਜਾ। ਰੱਬ ਦੇ ਵਾਸਤੇ ਮੈਨੂੰ ਮਾਫ਼ ਕਰ ਦੇ। ਮੈਂ ਬਹੁਤ ਧਿਆਨ ਨਾਲ ਉਸ ਦੀ ਇਹ ਗੱਲ ਸੁਣ ਰਹੀ ਸੀ। ਮੈਨੂੰ ਹੈਰਾਨੀ ਹੋਈ ਕਿ ਆਖਰ ਇਹ ਬੁੱਢੀ ਔਰਤ ਕਿਸ ਦੀ ਤਸਵੀਰ ਨਾਲ ਗੱਲ ਕਰਦੀ ਆ। ਆਖਰ ਇਹ ਕੌਣ ਆ ਤੇ ਅਜਿਹਾ ਕੀ ਹੋਇਆ ਕਿ ਉਸ ਦੀ ਜ਼ਿੰਦਗੀ ਵਿੱਚ ਉਸ ਔਰਤ ਨੇ ਕਿਸੇ ਦਾ ਖੂਨ ਕੀਤਾ ਹੈ? ਮੈਨੂੰ ਹੈਰਾਨੀ ਹੋਈ। ਮੈਂ ਸੋਚਿਆ ਕਿ ਇਸ ਤੋਂ ਪੁੱਛਾਂ ਇਹ ਤਸਵੀਰ ਕਿਸ ਦੀ ਆ। ਇਸ ਲਈ ਮੈਂ ਉੱਠੀ ਤੇ ਉਸ ਬੁੱਢੀ ਔਰਤ ਦੇ ਕੋਲ ਜਾ ਕੇ ਬੈਠ ਗਈ। ਮੈਂ ਹਜੇ ਉਸ ਦੇ ਕੋਲ ਜਾ ਕੇ ਬੈਠੀ ਹੀ ਸੀ ਕਿ ਉਹ ਘਬਰਾ ਕੇ ਮੇਰੇ ਉੱਤੇ ਝਪਟ ਪਈ। ਉਸ ਦੇ ਅਚਾਨਕ ਕੀਤੇ ਹਮਲੇ ਨਾਲ ਮੈਂ ਸੰਭਲ ਨਹੀਂ ਪਾਈ ਤੇ ਜ਼ਮੀਨ ਉੱਤੇ ਡਿੱਗ ਗਈ, ਜਿਸ ਨਾਲ ਮੇਰੀ ਕਮਰ ਉੱਤੇ ਸੱਟ ਲੱਗ ਗਈ। ਮੈਂ ਆਪਣੇ ਆਪ ਨੂੰ ਉਸ ਤੋਂ ਛੁਡਾਉਣਾ ਚਾਹਿਆ, ਪਰ ਮੇਰੀ ਕਮਰ ਦੀ ਸੱਟ ਦੀ ਵਜ੍ਹਾ ਨਾਲ ਮੈਂ ਨਹੀਂ ਛੁਡਵਾ ਸਕੀ। ਮੈਂ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ, ਮੈਨੂੰ ਇਸ ਤਰ੍ਹਾਂ ਔਰਤ ਤੋਂ ਬਚਾਓ। ਮੇਰੀ ਆਵਾਜ਼ ਸੁਣ ਕੇ 2 ਲੇਡੀ ਕਾਂਸਟੇਬਲ ਆਈਆਂ ਤੇ ਉਹਨਾਂ ਨੇ ਮੈਨੂੰ ਉਸ ਔਰਤ ਤੋਂ ਆਜ਼ਾਦ ਕਰਵਾਇਆ। ਉਹ ਬੁੱਢੀ ਔਰਤ ਕੰਬਦੇ ਹੱਥਾਂ ਨਾਲ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਇੱਕ ਕਾਂਸਟੇਬਲ ਨੇ ਉਸ ਨੂੰ ਫੜ ਕੇ ਰੱਖਿਆ ਸੀ। ਮੈਂ ਸਮਝ ਨਹੀਂ ਪਾ ਰਹੀ ਸੀ ਕਿ ਆਖਰ ਉਸਨੇ ਮੇਰੇ ਨਾਲ ਇਹ ਸਭ ਕਿਉਂ ਕੀਤਾ। ਮੈਨੂੰ ਚੱਕਰ ਆਉਣ ਲੱਗੇ ਸੀ। ਮੇਰਾ ਦਿਲ ਇੱਕਦਮ ਘਬਰਾਉਣ ਲੱਗਾ। ਮੈਨੂੰ ਇਵੇਂ ਲੱਗ ਰਿਹਾ ਸੀ ਜਿਵੇਂ ਮੈਂ ਬੇਹੋਸ਼ ਹੋ ਜਾਵਾਂਗੀ। ਬਹੁਤ ਹੀ ਮੁਸ਼ਕਲ ਨਾਲ ਮੈਂ ਜ਼ਮੀਨ ਉੱਤੇ ਬੈਠੀ ਸੀ। ਉਹ ਔਰਤ ਹਜੇ ਵੀ ਮੈਨੂੰ ਘੂਰ ਰਹੀ ਸੀ। ਮੈਨੂੰ ਉਸਦੇ ਦੇਖਣ ਦਾ ਤਰੀਕਾ ਬਹੁਤ ਹੀ ਡਰਾਉਣਾ ਲੱਗ ਰਿਹਾ ਸੀ। ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ। ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਮੇਰੀ ਅੱਖ ਕਦੋਂ ਲੱਗ ਗਈ। ਜੇਲ੍ਹ ਦੇ ਅੰਦਰ ਲਾਈਟ ਚਲੀ ਜਾਣ ਦੇ ਖਾਣੇ ਦਾ ਸ਼ੋਰ ਹੋਇਆ ਤਾਂ ਮੇਰੀ ਅੱਖ ਖੁੱਲ੍ਹ ਗਈ। ਰਾਤ ਤੋਂ ਮੇਰੀ ਤਬੀਅਤ ਮੈਨੂੰ ਕਾਫੀ ਵਿਗੜੀ ਲੱਗ ਰਹੀ ਸੀ। ਮੈਂ ਇਹ ਸੋਚ ਕੇ ਨਜ਼ਰਅੰਦਾਜ਼ ਕਰ ਦਿੱਤਾ ਕਿ ਸ਼ਾਇਦ ਡਰ ਤੇ ਖਾਣਾ ਨਾ ਮਿਲਣ ਦੀ ਵਜ੍ਹਾ ਨਾਲ ਮੇਰੀ ਤਬੀਅਤ ਖਰਾਬ ਹੋ ਰਹੀ ਆ। ਫਿਰ ਇੱਕ ਲੇਡੀ ਕਾਂਸਟੇਬਲ ਮੇਰੇ ਕੋਲ ਖਾਣਾ ਲੈ ਕੇ ਆਈ। ਮੈਂ ਉਸ ਵਿੱਚੋਂ ਥੋੜ੍ਹਾ ਖਾਣਾ ਖਾਧਾ ਤੇ ਫਿਰ ਮੈਂ ਲੇਟ ਗਈ। ਮੈਂ ਇੱਕ ਨਜ਼ਰ ਉਸ ਔਰਤ ਉੱਤੇ ਪਾਈ ਤਾਂ ਉਹ ਹੁਣ ਵੀ ਉਹੀ ਤਸਵੀਰ ਵਿੱਚ ਲਈ ਬੈਠੀ ਸੀ। ਮੈਂ ਉਸ ਨੂੰ ਨਜ਼ਰਅੰਦਾਜ਼ ਕਰਨ ਦੇ ਲਈ ਆਪਣੇ ਹੱਥਾਂ ਦੇ ਵੱਲ ਦੇਖਿਆ ਤਾਂ ਉਸ ਉੱਤੇ ਨਹੁੰਾਂ ਦੇ ਨਿਸ਼ਾਨ ਸੀ ਤੇ ਮੇਰੇ ਹੱਥਾਂ ਉੱਤੇ ਖੂਨ ਜੰਮ ਚੁੱਕਾ ਸੀ। ਹੁਣ ਮੈਂ ਫਿਰ ਤੋਂ ਉਸ ਔਰਤ ਦੇ ਡਰ ਤੋਂ ਡਰਨ ਲੱਗੀ। ਮੈਂ ਬਹੁਤ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਉਸ ਤੋਂ ਨਾ ਡਰਾਂ, ਪਰ ਫਿਰ ਵੀ ਮੈਨੂੰ ਉਸ ਔਰਤ ਤੋਂ ਡਰ ਲੱਗ ਰਿਹਾ ਸੀ। ਉਹ ਔਰਤ ਬੈਠੇ ਬੈਠੇ ਮੈਨੂੰ ਦੇਖ ਕੇ ਬੜੇ ਹੀ ਅਜੀਬ ਤਰੀਕੇ ਨਾਲ ਹੱਸਣ ਲੱਗੀ। ਐਵੇਂ ਲੱਗ ਰਿਹਾ ਸੀ ਕਿ ਫਿਰ ਤੋਂ ਮੇਰੇ 'ਤੇ ਅਟੈਕ ਕਰੇਗੀ। ਇਸ ਲਈ ਮੈਂ ਆਪਣੀ ਜਗ੍ਹਾ ਤੋਂ ਉੱਠ ਕੇ ਦੀਵਾਰ ਨਾਲ ਚਿਪਕ ਕੇ ਖੜੀ ਹੋ ਗਈ। ਪਰ ਉਹ ਔਰਤ ਕਹਿਣ ਲੱਗੀ, ਡਰ ਨਾ ਬੈਠ ਜਾ, ਹਜੇ ਤੇਰਾ ਸਮਾਂ ਨਹੀਂ ਆਇਆ। ਮੈਨੂੰ ਐਵੇਂ ਲੱਗ ਰਿਹਾ ਸੀ ਕਿ ਮੈਨੂੰ ਸਾਹ ਨਹੀਂ ਆ ਰਿਹਾ। ਦਿਲ ਕਰ ਰਿਹਾ ਸੀ ਕਿ ਮੈਂ ਇੱਥੋਂ ਕਿਤੇ ਦੂਰ ਭੱਜ ਜਾਵਾਂ, ਪਰ ਮੇਰੇ ਚਾਹੁਣ ਨਾਲ ਕੀ ਹੋਣਾ ਸੀ। ਮੈਂ ਤਾਂ ਇੱਥੇ ਫਸ ਚੁੱਕੀ ਸੀ। ਮੈਂ ਜੇਲ੍ਹ ਦੇ ਅੰਦਰ ਬਣੀ ਇੱਕ ਛੋਟੀ ਜਿਹੀ ਖਿੜਕੀ ਰਾਹੀਂ ਅਸਮਾਨ ਦੇਖ ਰਹੀ ਸੀ। ਮੈਨੂੰ ਲੱਗਿਆ ਅਸਮਾਨ ਦੀ ਸਿਆਹੀ ਵਰਗੀ ਸਿਆਹੀ ਮੇਰੀ ਜ਼ਿੰਦਗੀ ਵਿੱਚ ਵੀ ਆ ਚੁੱਕੀ ਆ। ਦੂਰ ਦੂਰ ਤੱਕ ਹਨੇਰੇ ਤੋਂ ਇਲਾਵਾ ਕੁਝ ਨਜ਼ਰ ਨਹੀਂ ਆ ਰਿਹਾ ਸੀ। ਮੈਂ ਬਹੁਤ ਜ਼ਿਆਦਾ ਉਦਾਸ ਸੀ। ਮੈਂ ਉਮੀਦ ਛੱਡ ਚੁੱਕੀ ਸੀ ਤੇ ਮੈਂ ਸਭ ਕੁਝ ਵਕਤ ਉੱਤੇ ਛੱਡ ਦਿੱਤਾ ਸੀ। ਮੈਂ ਇਹੀ ਸੋਚ ਰਹੀ ਸੀ ਕਿ ਜੇ ਸਾਬਿਤ ਹੋ ਗਿਆ ਕਿ ਮੈਂ ਆਪਣੇ ਪਤੀ ਦਾ ਖੂਨ ਆਪਣੇ ਬਚਾਅ ਦੇ ਲਈ ਕੀਤਾ ਤੇ ਜੇ ਮੈਨੂੰ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿੱਤਾ, ਮੈਂ ਬਾਹਰ ਆ ਜਾ ਕੇ ਕਿੱਥੇ ਜਾਵਾਂਗੀ? ਕੀ ਸਮਾਜ ਮੈਨੂੰ ਕਬੂਲ ਕਰ ਲਵੇਗਾ? ਕੀ ਮੈਂ ਇੱਕ ਇੱਜ਼ਤ ਵਾਲੀ ਜ਼ਿੰਦਗੀ ਗੁਜ਼ਾਰ ਸਕਾਂਗੀ? ਕਦੇ ਨਹੀਂ। ਹਰ ਗੱਲ ਦੇ ਜਵਾਬ ਵਿੱਚ ਮੈਨੂੰ ਨਾ ਵਿੱਚ ਹੀ ਜਵਾਬ ਮਿਲ ਰਹੇ ਸੀ। ਮੇਰੀ ਦਿਮਾਗੀ ਹਾਲਤ ਵੀ ਹੁਣ ਖਰਾਬ ਹੋਣ ਲੱਗੀ ਸੀ। ਇਸ ਲਈ ਮੈਂ ਖੁਦ ਹੀ ਆਪਣੇ ਲਈ ਹਰ ਚੀਜ਼ ਨੂੰ ਨਾਮੁਮਕਿਨ ਸਮਝ ਰਹੀ ਸੀ।
दिन गुजर गए ते हुण मेरी तबीयत भी ज़्यादा खराब रहन लगी, पर मैं डॉक्टर नूं दिखाउण दे लई तैयार नहीं सी। मैनूं एवें लग रिहा सी कि मैं मरण वाली हाँ। एक दिन वो औरत मेरे ते थोड़े जिहे फासले ते आके बैठ गई। मैं ये देख के एकदम पिछे हट गई तो वो हੱਸਣ लगी। उसदी हासी बहुत ज़्यादा खतरनाक सी। उसदी हासी दी आवाज़ मेरे कन्नां नूं बर्दाश्त नहीं कर रही सी। ਪਹਿਲਾਂ तो ही मेरी तबीयत खराब सी ते हुण उसदी भयानक हासी मेरे दिमाग दीआं नसां फटण लगियां। मैं अपना सिर नाह विच हिलाउंदे होए अपने हत्थां नूं अपने कन्नां ते रख लिया। ਉਹ बुढ़ी औरत मेरे अगे झुकी ते मैनूं कहण लगी, तू तां मैनूं उस तों भी किते ज़्यादा कमज़ोर ते डरपोक निकली। ਉਹ मैनूं देख रही सी पर मैं समझ नहीं पाई कि उसदी गल दा की मतलब सी। मैं सोच रही सी कि किते दिल विच मैनूं नुकसान पहुँचाउण दी ताम नहीं। मैं अपने आस पास नज़र घुमा के देखिया तां कोई भी अजिही चीज़ उत्थे नहीं सी जिस नाल मैं अपना बचाव कर सकदी। खैर वो दिन भी गुजर गया। हुण अक्सर मेरे पेट विच दर्द रहण लगा ते मैनूं चक्कर भी आउंदे सी, पर इस वार मैनूं जेल दे अंदर डॉक्टर नूं दिखाया गया। जो खबर मैं सुनी वो खबर खुशी दी सी। मैं माँ बनन वाली सी, पर मैनूं समझ नहीं आ रहा सी कि मैं इस गल नूं सुण के खुश होवां जां दुखी। हुण मैनूं एक होर टेंशन हो गई सी कि किते बुढ़ी औरत मेरे बच्चे नूं ना नुकसान पहुँचा देवे। ये सोच के मैं कंब गई, क्योंकि हुण मैनूं खुद तो ज़्यादा अपने बच्चे की फिक्र सी। मैं सोच लिया सी कि मैं हुण अपना पूरा ख्याल रखांगी। चैकअप तो बाद मैनूं दुबारा जेल विच भेज दिता गया। मैं अंदर जेल विच बनी छोटी जिही खिड़की दे वल देख रही सी, जिथों हल्की हल्की सूरज की रोशनी अंदर आ रही सी। उदों ही मैनूं अजिही आवाज़ आई कि बुढ़ी औरत कह रही सी। जदों मैं गौर नाल सुनिया तां ओह कह रही सी कि छोटी जिही खिड़की तो आउंदी होई रोशनी सिर्फ तैनूं समय दे बारे विच दस सकदी आ, पर जे तैनूं ये लगदा कि छोटी जिही खिड़की तो तैनूं कोई राह दिख जावेगा तां ये तेरी भुल आ। ਉਹ ਕਹਿੰਦੇ ਹੋਏ ਹੱਸਣ ਲੱਗੀ। ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਕੀ ਲੱਗਦਾ ਮੈਂ ਇੱਥੋਂ ਭੱਜਣ ਦਾ ਸੋਚ ਰਹੀ ਹਾਂ। ਉਹ ਕਹਿਣ ਲੱਗੀ ਕਿ ਮਨਹੂਸ ਔਰਤ, ਇਹ ਜੇਲ੍ਹ ਦੀ ਚਾਰ ਦੀਵਾਰੀ ਦੀ ਖਿੜਕੀ ਤੈਨੂੰ ਬਾਹਰ ਦਾ ਰਸਤਾ ਨਹੀਂ ਦੇ ਸਕਦੀ। ਉਹ ਖਿੜਕੀ ਦੀ ਤਰਫ ਇਸ਼ਾਰਾ ਕਰ ਰਹੀ ਸੀ। ਉਹ ਆਪਣੀ ਗੱਲ ਕਰਕੇ ਫਿਰ ਤੋਂ ਹੱਸਣ ਲੱਗੀ। ਮੈਨੂੰ ਐਵੇਂ ਲੱਗ ਰਿਹਾ ਸੀ ਕਿ ਉਸ ਨੂੰ ਦੌਰਾ ਪੈ ਰਿਹਾ। ਮੈਂ ਉਸ ਨੂੰ ਖਾਮੋਸ਼ ਹੋ ਕੇ ਬੈਠ ਗਈ। ਉਹ ਬਹੁਤ ਦੇਰ ਤੱਕ ਹੱਸਦੀ ਰਹੀ। ਰਾਤ ਦਾ ਪਤਾ ਨਹੀਂ ਕਿਹੜਾ ਸਮਾਂ ਸੀ ਕਿ ਮੇਰੀ ਅੱਖ ਉਸ ਔਰਤ ਦੀਆਂ ਸਿਸਕੀਆਂ ਨਾਲ ਖੁੱਲ੍ਹੀ। ਮੈਂ ਆਪਣੀਆਂ ਅੱਖਾਂ ਮਲਦੀ ਹੋਈ ਉੱਠ ਕੇ ਬੈਠ ਗਈ ਤੇ ਉਸ ਨੂੰ ਦੇਖਿਆ ਤਾਂ ਉਹ ਤਸਵੀਰ ਨੂੰ ਦੇਖ ਕੇ ਰੋ ਰਹੀ ਸੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਉਹ ਬਾਰ-ਬਾਰ ਆਪਣੀਆਂ ਅੱਖਾਂ ਨੂੰ ਰਗੜ ਕੇ ਆਪਣੇ ਦੁਪੱਟੇ ਨਾਲ ਸਾਫ਼ ਕਰ ਰਹੀ ਸੀ। ਮੈਨੂੰ ਫਿਰ ਤੋਂ ਇੱਕ ਵਾਰ ਉਸ ਉੱਤੇ ਸ਼ੱਕ ਹੋਣ ਲੱਗਾ। ਜੇਲ੍ਹ ਦੇ ਬਾਹਰ ਇੱਕ ਛੋਟੀ ਜਿਹੀ ਲਾਈਟ ਜਲ ਰਹੀ ਸੀ, जिस नाल जेल दी विच्चों भी रोशनी हो रही सी। मैं उठी ते उसकी तरफ जाण लगी, पर मैनूं उस बुढ़ी दी पहिलां वाली हरकत याद आ गई ते मैं दोबारा उत्थे ही अपनी जगह ते आके बैठ गई। मेरे विच इंनी हिम्मत नहीं सी कि मैं वो तस्वीर देख सकां। एक दिन मैनूं मेरी तबीयत बहुत ज़्यादा खराब लग रही सी। कमर विच दर्द की वजह नाल मैं उठ भी नहीं पा रही सी। मेरा गला प्यास की वजह नाल सुक रहा सी। मैं उठ के पानी पीना चाह रही सी, पर मैं अपनी जगह तो हिल भी ना पाई। ਉਹ ਬੁੱਢੀ ਔਰਤ ਨੂੰ ਮੈਂ ਆਵਾਜ਼ ਦਿੱਤੀ ਤੇ ਉਸ ਨੂੰ ਕਿਹਾ, ਪਲੀਜ਼ ਮੈਨੂੰ ਪਾਣੀ ਦੇ ਦਿਓ। ਬੰਦ ਹੋਈਆਂ ਅੱਖਾਂ ਨਾਲ ਮੈਂ ਉਸ ਨੂੰ ਦੇਖਿਆ ਤੇ ਉਹ ਗਲਾਸ ਫੜੀ ਮੇਰੇ ਤਰਫ ਆ ਰਹੀ ਸੀ। ਉਹ ਮੇਰੇ ਕੋਲ ਆਈ ਤੇ ਪੂਰਾ ਗਲਾਸ ਮੇਰੇ ਮੂੰਹ ਤੇ ਉਲਟਾ ਕਰ ਦਿੱਤਾ। ਕੁਝ ਪਾਣੀ ਮੇਰੇ ਅੰਦਰ ਗਿਆ ਤੇ ਕੁਝ ਪਾਣੀ ਮੇਰੇ ਨੱਕ 'ਚ ਚਲਾ ਗਿਆ, ਜਿਸ ਦੀ ਵਜ੍ਹਾ ਨਾਲ ਮੈਨੂੰ ਖੰਘ ਛਿੜ ਗਈ। ਉਹ ਜ਼ਮੀਨ ਉੱਤੇ ਲੇਟੀ ਹੱਸਣ ਲੱਗੀ। ਮੇਰੀਆਂ ਅੱਖਾਂ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ। ਮੈਨੂੰ ਉਸ ਤੋਂ ਡਰ ਲੱਗ ਰਿਹਾ ਸੀ। ਹੁਣ ਉਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਪਾਗਲ ਹੈ ਜਾਂ ਫਿਰ ਉਹ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਆ। ਮੈਨੂੰ ਲੱਗ ਰਿਹਾ ਸੀ ਕਿ ਜੇ ਮੈਂ ਉਸ ਦੇ ਨਾਲ ਰਹਾਂਗੀ ਤਾਂ ਕੁਝ ਦਿਨਾਂ ਵਿੱਚ ਮੈਂ ਵੀ ਪਾਗਲ ਹੋ ਜਾਵਾਂਗੀ। ਮੈਨੂੰ ਬਾਹਰ ਜਾਂਦੇ ਹੋਏ ਵੀ ਉਸ ਬੁੱਢੀ ਔਰਤ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਉਹ ਕਹਿ ਰਹੀ ਸੀ, ਤੂੰ ਅਜੇ ਨਹੀਂ ਮਰੇਂਗੀ, ਮੈਂ ਤੈਨੂੰ ਉਵੇਂ ਹੀ ਤਕਲੀਫ ਦੇ ਕੇ ਮਾਰਾਂਗੀ ਜਿਵੇਂ ਤੂੰ ਮੇਰੀ ਬੇਟੀ ਨੂੰ ਮਾਰਿਆ। ਉਸ ਦੀ ਗੱਲ ਸੁਣ ਕੇ ਮੇਰੇ ਤਾਂ ਜਿਸਮ ਵਿੱਚ ਜਿਵੇਂ ਕਰੰਟ ਦੌੜ ਗਿਆ ਹੋਵੇ। ਮੈਂ ਉਸ ਨੂੰ ਉਲਟ ਕੇ ਦੇਖਿਆ ਤੇ ਮੈਂ ਬਾਹਰ ਬੈਠ ਗਈ ਤੇ ਸੋਚਣ ਲੱਗੀ, ਮੈਂ ਕਦੋਂ ਮੇਰੀ ਬੇਟੀ ਨੂੰ ਮਾਰਿਆ? ਮੈਂ ਤਾਂ ਉਸ ਨੂੰ ਜਾਣਦੀ ਵੀ ਨਹੀਂ। ਕੁਝ ਹੀ ਦਿਨਾਂ ਤੋਂ ਇਹ ਸਭ ਕੁਝ ਚੱਲ ਰਿਹਾ ਸੀ। ਉਹ ਤਸਵੀਰ ਦੇਖਦੀ ਤੇ ਰੋਂਦੀ ਰਹਿੰਦੀ। ਮੈਂ ਚੁੱਪ ਕਰਕੇ ਬੈਠੇ ਉਸ ਦੀਆਂ ਹਰਕਤਾਂ ਦੇਖਦੀ। ਇੱਕ ਦਿਨ ਮੈਂ ਸੋਚਿਆ ਕਿ ਮੈਂ ਰਾਤ ਨੂੰ ਜਾ ਕੇ ਉਸ ਦੀ ਤਸਵੀਰ ਦੇਖਾਂਗੀ। ਮੈਂ ਰਾਤ ਨੂੰ ਬੁੱਢੀ ਔਰਤ ਦੇ ਸਾਹਮਣੇ ਲੇਟ ਗਈ ਤੇ ਸੌਣ ਦਾ ਨਾਟਕ ਕਰਨ ਲੱਗੀ। ਜਦੋਂ ਉਸ ਔਰਤ ਨੂੰ ਲੱਗਿਆ ਕਿ ਮੈਂ ਸੌਂ ਗਈ ਹਾਂ ਤਾਂ ਉਹ ਵੀ ਸੌਂ ਗਈ। ਮੈਂ ਹੌਲੀ-ਹੌਲੀ ਰਾਤ ਨੂੰ ਉਸ ਕੋਲ ਗਈ ਤਾਂ ਉਹ ਤਸਵੀਰ ਦੇਖਣ ਦੀ ਕੋਸ਼ਿਸ਼ ਕੀਤੀ। ਮੈਂ ਉਹ ਤਸਵੀਰ ਉਸ ਦੇ ਬਿਸਤਰੇ ਤੋਂ ਚੁੱਕ ਕੇ ਦੇਖੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।
ਉਸ ਤਸਵੀਰ ਵਿੱਚ ਜੋ ਕੁੜੀ ਸੀ ਉਹ ਮੈਨੂੰ ਜਾਣੀ ਪਹਿਚਾਣੀ ਲੱਗ ਰਹੀ ਸੀ। ਮੈਨੂੰ ਯਾਦ ਨਹੀਂ ਆ ਰਿਹਾ ਸੀ ਇਹ ਕੁੜੀ ਕੌਣ ਆ। ਇੰਨੇ ਵਿੱਚ ਉਹ ਬੁੱਢੀ ਔਰਤ ਉੱਠ ਕੇ ਬੈਠ ਗਈ ਤੇ ਮੈਨੂੰ ਘੂਰਨ ਲੱਗੀ। ਮੈਂ ਚੁੱਪ ਕਰਕੇ ਉਹ ਤਸਵੀਰ ਉਸ ਦੀ ਜਗ੍ਹਾ 'ਤੇ ਰੱਖ ਦਿੱਤੀ ਤੇ ਉੱਥੋਂ ਉੱਠ ਕੇ ਆਪਣੀ ਜਗ੍ਹਾ 'ਤੇ ਜਾਣ ਲੱਗੀ। ਅਜੇ ਮੈਂ 2 ਕਦਮ ਹੀ ਵਧੀ ਸੀ ਕਿ ਉਹ ਬੁੱਢੀ ਔਰਤ ਬੋਲੀ, ਜਾਣਦੀ ਹੈ ਇਹ ਕੌਣ ਆ? ਉਸਨੇ ਮੈਨੂੰ ਸਵਾਲ ਕੀਤਾ। ਮੈਂ ਮੁੜ ਕੇ ਉਸ ਨੂੰ ਦੇਖਿਆ ਤਾਂ ਹੁਣ ਉਹ ਮੈਨੂੰ ਨਾਰਮਲ ਲੱਗ ਰਹੀ ਸੀ। ਅੱਜ ਮੈਂ ਉਸ ਦੀਆਂ ਅੱਖਾਂ ਵਿੱਚ ਆਪਣੇ ਲਈ ਨਫ਼ਰਤ ਦੀ ਬਜਾਏ ਬਹੁਤ ਪੁਰਾਣਾ ਜ਼ਖਮ ਛਲਕਦਾ ਦੇਖਿਆ ਸੀ। ਮੈਂ ਉੱਥੇ ਖੜੀ ਹੋ ਕੇ ਸੋਚਣ ਲੱਗੀ ਕਿ ਕਿਤੇ ਬੁੱਢੀ ਔਰਤ ਮੈਨੂੰ ਮਾਰ ਨਾ ਦੇਵੇ, ਕਿਤੇ ਇਸ ਦਾ ਕੋਈ ਪਲਾਨ ਤਾਂ ਨਹੀਂ। ਪਰ ਫਿਰ ਮੈਂ ਬਿਨਾਂ ਸੋਚੇ ਸਮਝੇ ਉਸ ਬੁੱਢੀ ਕੋਲ ਆ ਕੇ ਬੈਠ ਗਈ। ਉਦੋਂ ਉਸਨੇ ਬੋਲਣਾ ਸ਼ੁਰੂ ਕੀਤਾ ਤੇ ਮੈਨੂੰ ਕਹਿਣ ਲੱਗੀ, ਤੇਰੇ ਪਤੀ ਦਾ ਨਾਮ ਆਕਾਸ਼ ਸੀ? ਮੈਂ ਇੱਕਦਮ ਘਬਰਾ ਗਈ ਤੇ ਹੈਰਾਨ ਹੋ ਗਈ। ਉਸ ਨੂੰ ਮੇਰੇ ਪਤੀ ਦਾ ਨਾਮ ਕਿਵੇਂ ਪਤਾ? ਹੁਣ ਪਤਾ ਨਹੀਂ ਕਿਹੜਾ ਰਾਜ ਸੀ ਜੋ ਮੇਰੇ ਉੱਤੇ ਖੁੱਲ੍ਹਣ ਵਾਲਾ ਸੀ। ਮੈਂ ਉਸ ਨੂੰ ਹਾਂ ਵਿੱਚ ਜਵਾਬ ਦਿੱਤਾ ਤਾਂ ਉਹ ਕਹਿਣ ਲੱਗੀ ਕਿ ਇਹ ਤਸਵੀਰ ਮੇਰੀ ਬੇਟੀ ਦੀ ਆ। ਦੇਖੋ ਮੇਰੀ ਬੇਟੀ, ਮੇਰੀ ਜਿਗਰ ਦਾ ਟੁਕੜਾ, ਕਿੰਨੀ ਖੂਬਸੂਰਤ। ਮੇਰੀ ਬੇਟੀ ਤੇ ਮੇਰਾ ਪਤੀ ਆਕਾਸ਼ ਇਕੱਠੇ ਪੜ੍ਹਦੇ ਸੀ। ਦੋਨਾਂ ਵਿੱਚ ਬਹੁਤ ਚੰਗੀ ਖਾਸੀ ਦੋਸਤੀ ਸੀ। ਮੇਰੀ ਬੇਟੀ ਅਕਸਰ ਤੇਰੇ ਪਤੀ ਦੇ ਬਾਰੇ ਮੈਨੂੰ ਦੱਸਿਆ ਕਰਦੀ ਸੀ। ਮੈਨੂੰ ਲੱਗਦਾ ਸੀ ਇਹ ਸਿਰਫ ਦੋਸਤੀ ਆ, ਇਸ ਲਈ ਮੈਂ ਉਸ ਦੀ ਗੱਲ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ। ਫਿਰ ਗੱਲ ਇੰਨੀ ਅੱਗੇ ਵੱਧ ਗਈ ਕਿ ਇੱਕ ਦਿਨ ਮੈਂ ਆਪਣੀ ਬੇਟੀ ਨੂੰ ਉਸ ਆਦਮੀ ਦੇ ਲਈ ਤੜਫਦਾ ਹੋਇਆ ਦੇਖਿਆ। ਮੈਨੂੰ ਆਪਣੀ ਬੇਟੀ ਨੂੰ ਦੇਖ ਕੇ ਬਹੁਤ ਜ਼ਿਆਦਾ ਅਫਸੋਸ ਹੋਇਆ, ਪਰ ਮੈਂ ਉਸ ਨੂੰ ਸਮਝਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੀ ਸੀ। ਮੇਰੀ ਬੇਟੀ ਆਕਾਸ਼ ਦੇ ਨਾਲ ਮੁਹੱਬਤ ਹੋ ਗਈ ਸੀ। ਉਹ ਹਰ ਸਮੇਂ ਘਰ ਵਿੱਚ ਉਸ ਦੀਆਂ ਗੱਲਾਂ ਕਰਦੀ ਰਹਿੰਦੀ, ਘੰਟਾ ਫੋਨ ਉੱਤੇ ਉਸ ਨਾਲ ਗੱਲਾਂ ਵੀ ਕਰਦੀ ਰਹਿੰਦੀ। ਪਰ ਆਕਾਸ਼ ਨੂੰ ਮੇਰੀ ਬੇਟੀ ਨਾਲ ਮੁਹੱਬਤ ਨਹੀਂ ਸੀ। ਉਹ ਤਾਂ ਸਿਰਫ ਉਸ ਨਾਲ ਟਾਈਮ ਪਾਸ ਕਰ ਰਿਹਾ ਸੀ। ਮੈਂ ਆਪਣੀ ਬੇਟੀ ਨੂੰ ਸਮਝਾਇਆ ਕਿ ਉਸ ਦਾ ਪਿੱਛਾ ਛੱਡ ਦੇ, ਅਵਾਰਾ ਮੁੰਡਾ ਤੈਨੂੰ ਕੁਝ ਨਹੀਂ ਦੇ ਸਕਦਾ। ਜੇ ਤੂੰ ਉਸ ਨਾਲ ਵਿਆਹ ਕਰੇਂਗੀ ਤਾਂ ਤੈਨੂੰ ਉਹ 2 ਵਕਤ ਦੀ ਰੋਟੀ ਤਾਂ ਦੇ ਦੇਵੇਗਾ, ਪਰ ਇੱਜ਼ਤ ਨਹੀਂ ਦੇਵੇਗਾ। ਉਹ ਤੈਨੂੰ ਹਰ ਪਲ ਜਲੀਲ ਕਰੇਗਾ। ਪਰ ਮੇਰੀ ਬੇਟੀ ਨੇ ਮੇਰੀ ਕੋਈ ਗੱਲ ਨਾ ਸੁਣੀ ਤੇ ਇਹ ਸਭ ਕੁਝ ਚੱਲਦਾ ਰਿਹਾ। ਬਦਨਾਮੀ ਦੀ ਵਜ੍ਹਾ ਨਾਲ ਮੈਂ ਵੀ ਚੁੱਪ ਰਹੀ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਕਿਸੇ ਨੂੰ ਵੀ ਮੇਰੀ ਬੇਟੀ ਦੇ ਬਾਰੇ ਵਿੱਚ ਕੁਝ ਪਤਾ ਚੱਲੇ। ਫਿਰ ਆਕਾਸ਼ ਦੀ ਪੜ੍ਹਾਈ ਪੂਰੀ ਹੋ ਗਈ ਤੇ ਉਸਨੇ ਕਾਲਜ ਛੱਡ ਦਿੱਤਾ। ਕਾਲਜ ਦੇ ਨਾਲ ਉਸਨੇ ਮੇਰੀ ਬੇਟੀ ਨੂੰ ਵੀ ਛੱਡ ਦਿੱਤਾ। ਹੁਣ ਮੇਰੀ ਬੇਟੀ ਨੇ ਤਾਂ ਜੀਣਾ ਛੱਡ ਦਿੱਤਾ ਸੀ। ਮੈਨੂੰ ਉਸ ਨੂੰ ਦੇਖ ਕੇ ਬਹੁਤ ਤਕਲੀਫ ਹੁੰਦੀ। ਮੈਂ ਆਪਣੀ ਜਿਸ ਬੇਟੀ ਨੂੰ ਇੰਨੇ ਲਾਡ ਪਿਆਰ ਨਾਲ ਪਾਲਿਆ ਸੀ, ਹੁਣ ਉਹ ਜੀਣਾ ਹੀ ਨਹੀਂ ਚਾਹੁੰਦੀ ਸੀ। ਉਹ ਸਾਰਾ ਦਿਨ ਕਮਰੇ ਵਿੱਚ ਬੰਦ ਰਹਿੰਦੀ ਸੀ। ਉਸ ਲਈ ਬਹੁਤ ਚੰਗੇ ਰਿਸ਼ਤੇ ਆਏ, ਪਰ ਉਹ ਹਰ ਵਾਰ ਮਨਾ ਕਰ ਦਿੰਦੀ ਰਹੀ। ਫਿਰ ਇੱਕ ਦਿਨ ਮੇਰੀ ਬੇਟੀ ਨੂੰ ਪਤਾ ਚੱਲਿਆ ਕਿ ਆਕਾਸ਼ ਨੇ ਵਿਆਹ ਕਰ ਲਿਆ ਤਾਂ ਉਹ ਪੂਰੀ ਤਰ੍ਹਾਂ ਟੁੱਟ ਗਈ। ਹੁਣ ਉਹ ਬਹੁਤ ਜ਼ਿਆਦਾ ਉਦਾਸ ਰਹਿਣ ਲੱਗੀ ਸੀ। ਮੈਨੂੰ ਨਹੀਂ ਪਤਾ ਸੀ ਕਿ ਉਸ ਦੇ ਦਿਮਾਗ ਵਿੱਚ ਚੱਲ ਕੀ ਰਿਹਾ। ਉਸਨੇ ਮੇਰੇ ਬਾਰੇ ਵਿੱਚ ਬਿਲਕੁਲ ਵੀ ਨਹੀਂ ਸੋਚਿਆ ਤੇ ਨਾ ਹੀ ਆਪਣੇ ਪਿਤਾ ਦੇ ਬਾਰੇ ਵਿੱਚ ਸੋਚਿਆ। ਝੂਠੇ ਤੇ ਦੋਗਲੇ ਆਦਮੀ ਦੀ ਮੁਹੱਬਤ ਦੇ ਲਈ ਉਸਨੇ ਸਾਨੂੰ ਸਭ ਨੂੰ ਛੱਡ ਦਿੱਤਾ। ਉਹ ਸਾਨੂੰ ਇਕੱਲੀ ਛੱਡ ਗਈ। ਇੱਕ ਦਿਨ ਉਸਨੇ ਖੁਦਕੁਸ਼ੀ ਕਰ ਲਈ। ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਹ ਆਕਾਸ਼ ਦੇ ਬੱਚੇ ਦੀ ਮਾਂ ਬਣਨ ਵਾਲੀ ਆ। ਉਹ ਬੱਚਾ ਵੀ ਉਸ ਦੇ ਨਾਲ ਹੀ ਮਰ ਗਿਆ। ਇਹ ਜਾਣਨ ਤੋਂ ਬਾਅਦ ਮੇਰਾ ਪਤੀ ਤਾਂ ਬੇਇੱਜ਼ਤੀ ਤੇ ਬਦਨਾਮੀ ਦੇ ਡਰ ਨਾਲ ਹੀ ਮਰ ਗਿਆ, ਪਰ ਮੈਂ ਨਹੀਂ ਮਰੀ। ਮੈਂ ਸੋਚ ਰਹੀ ਸੀ ਕਿ ਮੈਨੂੰ ਵੀ ਮੌਤ ਆ ਜਾਵੇ, ਪਰ ਮੈਨੂੰ ਮੌਤ ਨਹੀਂ ਆਈ। ਮੈਂ ਇਸ ਬੇਦਰਦ ਦੁਨੀਆ ਵਿੱਚ ਇਕੱਲੀ ਰਹਿ ਗਈ। ਮੈਂ ਰੋਜ਼ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਰਹਿੰਦੀ। ਮੈਂ ਲੋਕਾਂ ਦੇ ਸਵਾਲਾਂ ਤੋਂ ਪਰੇਸ਼ਾਨ ਹੋ ਗਈ ਸੀ। ਇੱਕ ਦਿਨ ਮੈਂ ਸੋਚਿਆ ਕਿ ਮੈਂ ਆਕਾਸ਼ ਤੋਂ ਆਪਣੀ ਬੇਟੀ ਦੀ ਮੌਤ ਦਾ ਬਦਲਾ ਲਵਾਂਗੀ। ਇਸ ਲਈ ਮੈਂ ਕੁਝ ਲੋਕਾਂ ਨੂੰ ਪੈਸੇ ਦੇ ਕੇ ਉਸ ਨੂੰ ਗਲਤ ਕੰਮਾਂ 'ਚ ਲਗਵਾ ਦਿੱਤਾ। ਉਹ ਤਾਂ ਪਹਿਲਾਂ ਹੀ ਵਿਗੜਿਆ ਹੋਇਆ ਸੀ। ਮੈਂ ਚਾਹੁੰਦੀ ਸੀ ਕਿ ਉਹ ਬਰਬਾਦ ਹੋ ਜਾਵੇ, ਉਸ ਦੀ ਸ਼ਾਦੀशुदा ਜ਼ਿੰਦਗੀ ਵੀ ਖਰਾਬ ਹੋ ਜਾਵੇ। ਉਹ ਕਿਤੇ ਵੀ ਆਪਣਾ ਮੂੰਹ ਦਿਖਾਉਣ ਦੇ ਕਾਬਲ ਨਾ ਰਹੇ, ਜਿਸ ਤਰ੍ਹਾਂ ਮੈਂ ਲੋਕਾਂ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੀ। ਫਿਰ ਇੱਕ ਦਿਨ ਮੇਰੀ ਨਣਦ ਮੇਰੇ ਘਰੇ ਆਈ। ਉਸਨੇ ਮੇਰੀ ਬੇਟੀ ਦੇ ਬਾਰੇ ਵਿੱਚ ਬਹੁਤ ਗਲਤ ਗੱਲਾਂ ਕੀਤੀਆਂ। ਮੈਨੂੰ ਉਸ ਦੀਆਂ ਗੱਲਾਂ 'ਤੇ ਇੰਨਾ ਗੁੱਸਾ ਆਇਆ ਕਿ ਮੈਂ ਉਸ ਦਾ ਖੂਨ ਕਰ ਦਿੱਤਾ। ਆਕਾਸ਼ ਵੀ ਪੂਰੀ ਤਰ੍ਹਾਂ ਨਾਲ ਗਲਤ ਸੰਗਤ 'ਚ ਪੈ ਚੁੱਕਿਆ ਸੀ। ਮੈਂ ਉਸ ਦੇ ਖੂਨ ਦੇ ਜ਼ੁਲਮ 'ਚ ਜੇਲ੍ਹ ਆ ਗਈ। ਮੇਰੇ ਜੇਲ੍ਹ ਵਿੱਚ ਆਉਣ ਤੋਂ ਬਾਅਦ ਆਕਾਸ਼ ਦਾ ਖੂਨ ਵੀ ਹੋ ਗਿਆ ਜੋ ਤੂੰ ਕੀਤਾ। ਜਦੋਂ ਤੂੰ ਪਹਿਲੇ ਦਿਨ ਜੇਲ੍ਹ 'ਚ ਆਈ ਤਾਂ ਮੈਨੂੰ ਬੜਾ ਗੁੱਸਾ ਆਇਆ। ਜੇ ਤੂੰ ਆਕਾਸ਼ ਨਾਲ ਵਿਆਹ ਨਾ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਮੇਰੀ ਬੇਟੀ ਜਿਉਂਦਾ ਹੁੰਦੀ, ਜੋ ਮੇਰੇ ਨਾਲ ਹੁੰਦੀ, ਤੇ ਮੇਰਾ ਪਤੀ ਵੀ ਜਿਉਂਦਾ ਹੁੰਦਾ ਤੇ ਮੈਂ ਇੱਥੇ ਜੇਲ੍ਹ 'ਚ ਨਾ ਹੁੰਦੀ। ਮੈਂ ਤੈਨੂੰ ਤਕਲੀਫ ਦਿੰਦੀ ਰਹਾਂਗੀ। ਮੈਂ ਆਪਣੀ ਔਲਾਦ ਖੋਈ ਆ, ਹੁਣ ਤੂੰ ਵੀ ਆਪਣੀ ਔਲਾਦ ਖੋਵੇਂਗੀ। ਹੁਣ ਤੈਨੂੰ ਪਤਾ ਚੱਲੇਗਾ ਕਿ ਔਲਾਦ ਨੂੰ ਖੋਣ ਦਾ ਦੁੱਖ ਕੀ ਹੁੰਦਾ। ਉਹ ਬੁੱਢੀ ਬੋਲ ਰਹੀ ਸੀ ਤੇ ਹਲਕੀ ਰੌਸ਼ਨੀ ਹੋਣ ਲੱਗੀ। ਫਿਰ ਉਹ ਚੁੱਪ ਹੋ ਕੇ ਲੇਟ ਗਈ ਤੇ ਮੈਂ ਵੀ ਆਪਣੀ ਜਗ੍ਹਾ 'ਤੇ ਲੇਟ ਗਈ। ਇੱਕ ਹੀ ਹਾਲਤ ਵਿੱਚ ਬੈਠ ਕੇ ਮੈਂ ਥੱਕ ਚੁੱਕੀ ਸੀ। ਮੈਂ ਸੋਚ ਰਹੀ ਸੀ ਕਿ ਜੋ ਕੁਝ ਵੀ ਮੇਰੇ ਨਾਲ ਹੋਇਆ ਉਸ ਵਿੱਚ ਮੇਰਾ ਕੀ ਕਸੂਰ ਸੀ।
ਮੇਰੇ ਪਤੀ ਦੀ ਗਲਤੀ ਸੀ ਜਿਸ ਨੇ ਆਪਣੇ ਮਾਤਾ ਪਿਤਾ ਦੀ ਮਰਜ਼ੀ ਨਾਲ ਵਿਆਹ ਕੀਤਾ ਸੀ। ਇਹੀ ਸਭ ਸੋਚਦੇ ਸੋਚਦੇ ਕਦੋਂ ਮੈਨੂੰ ਨੀਂਦ ਆ ਗਈ ਪਤਾ ਹੀ ਨਾ ਚੱਲਿਆ। ਅਜੀਬ ਜਿਹੀਆਂ ਆਵਾਜ਼ਾਂ ਆ ਰਹੀਆਂ ਸੀ ਪੂਰੀ ਜੇਲ੍ਹ ਵਿੱਚ। ਸ਼ੋਰ ਮੱਚਿਆ ਹੋਇਆ ਸੀ, ਹਰ ਪਾਸੇ ਤੋਂ ਆਵਾਜ਼ਾਂ ਆ ਰਹੀਆਂ ਸੀ। ਮੈਨੂੰ ਲੱਗਿਆ ਸ਼ਾਇਦ ਅੱਜ ਜੇਲ੍ਹ ਵਿੱਚ ਕੋਈ ਵੱਡਾ ਅਫਸਰ ਆ ਰਿਹਾ ਹੋਵੇਗਾ, ਇਸ ਲਈ ਹਰ ਪਾਸੇ ਇੰਨੀ ਦੌੜ ਭੱਜ ਮੱਚੀ ਹੋਈ ਆ। ਮੈਂ ਉੱਠ ਕੇ ਬੈਠ ਗਈ। ਫਿਰ ਜੋ ਨਜ਼ਾਰਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਉਸ ਨੂੰ ਦੇਖ ਕੇ ਮੇਰਾ ਦਿਲ ਕੰਬ ਗਿਆ। ਜੇਲ੍ਹ ਦੇ ਇੱਕ ਕੋਨੇ ਵਿੱਚ ਉਹ ਬੁੱਢੀ ਔਰਤ ਖੂਨ ਨਾਲ ਲੱਥ-ਪੱਥ ਪਈ ਸੀ। ਉਸ ਦੀਆਂ ਅੱਖਾਂ ਖੁੱਲ੍ਹੀਆਂ ਸੀ। ਉਸ ਦਾ ਰੰਗ ਨੀਲਾ ਹੋ ਚੁੱਕਿਆ ਸੀ। ਜਦੋਂ ਮੇਰੀ ਉਸ ਦੇ ਸਰੀਰ ਉੱਤੇ ਨਜ਼ਰ ਪਈ ਤਾਂ ਮੇਰੇ ਰੌਂਗਟੇ ਖੜ੍ਹੇ ਹੋ ਗਏ। ਉਸ ਨੇ ਆਪਣੀ ਗਰਦਨ ਕਿਸੇ ਤੇਜ਼ਧਾਰ ਚੀਜ਼ ਨਾਲ ਕੱਟ ਲਈ ਸੀ। ਇੰਨੇ ਵਿੱਚ ਕੁਝ ਪੁਲਿਸ ਵਾਲੇ ਜੇਲ੍ਹ ਦੇ ਅੰਦਰ ਆਏ ਤੇ ਉਸ ਔਰਤ ਦੀ ਲਾਸ਼ ਨੂੰ ਇੱਕ ਤਖ਼ਤ ਉੱਤੇ ਪਾ ਕੇ ਚਲੇ ਗਏ। ਮੈਂ ਬਹੁਤ ਜ਼ਿਆਦਾ ਡਰ ਚੁੱਕੀ ਸੀ। ਮੈਂ ਚਾਹ ਰਹੀ ਸੀ ਕਿ ਮੈਂ ਇੱਥੋਂ ਨਿਕਲ ਜਾਵਾਂ, ਲੇਕਿਨ ਮੇਰੀ ਗਵਾਹੀ ਕੌਣ ਦਿੰਦਾ? ਕੌਣ ਇਹ ਸਾਬਤ ਕਰਦਾ ਕਿ ਮੈਂ ਆਪਣੇ ਬਚਾਅ ਦੇ ਲਈ ਆਪਣੇ ਪਤੀ ਨੂੰ ਮਾਰਿਆ ਹੈ? ਮੈਂ ਸਾਰੀਆਂ ਉਮੀਦਾਂ ਛੱਡ ਚੁੱਕੀ ਸੀ। ਇਸੇ ਤਰ੍ਹਾਂ 1 ਮਹੀਨਾ ਪੂਰਾ ਹੋ ਗਿਆ ਤੇ ਮੇਰੀ ਅਦਾਲਤ ਵਿੱਚ ਪੇਸ਼ੀ ਦਾ ਸਮਾਂ ਆ ਰਿਹਾ ਸੀ। ਮੈਨੂੰ ਅਦਾਲਤ ਵਿੱਚ ਲਿਜਾਇਆ ਗਿਆ ਤੇ ਮੈਂ ਕਠਖੜੇ ਵਿੱਚ ਸਿਰ ਝੁਕਾਈ ਖੜੀ ਸੀ। ਮੇਰੇ ਕੋਲ ਕੋਈ ਸਬੂਤ, ਕੋਈ ਗਵਾਹੀ ਨਹੀਂ ਸੀ। ਮੈਨੂੰ ਅੰਦਰ ਹੀ ਅੰਦਰ ਇਹ ਗੱਲ ਖਾਈ ਜਾ ਰਹੀ ਸੀ ਕਿ ਮੇਰਾ ਬੱਚਾ ਐਵੇਂ ਦੀ ਜਗ੍ਹਾ ਵਿੱਚ ਪੈਦਾ ਹੋਵੇਗਾ ਜਿੱਥੇ ਲੋਕ ਜਾਣ ਤੋਂ ਡਰਦੇ ਨੇ। ਮੈਂ ਰੱਬ ਨੂੰ ਪ੍ਰਾਰਥਨਾ ਕਰ ਰਹੀ ਸੀ ਕਿ ਕੋਈ ਚਮਤਕਾਰ ਹੋ ਜਾਵੇ, ਪਰ ਕੀ ਹੋਣਾ ਸੀ? ਕਿਸੇ ਨੇ ਕੀ ਆਉਣਾ ਸੀ, ਕਿਉਂਕਿ ਕਿਸੇ ਕੋਲ ਕੋਈ ਸਬੂਤ ਹੀ ਨਹੀਂ ਸੀ ਮੈਨੂੰ ਬੇਗੁਨਾਹ ਸਾਬਤ ਕਰਨ ਦਾ। ਇਸ ਤਰ੍ਹਾਂ ਕਰਕੇ ਮੈਨੂੰ ਉਮਰ ਭਰ ਦੀ ਕੈਦ ਹੋ ਗਈ ਤੇ ਮੈਂ ਬਹੁਤ ਪਿਆਰੇ ਜਿਹੇ ਬੱਚੇ ਨੂੰ ਜੇਲ੍ਹ ਵਿੱਚ ਹੀ ਜਨਮ ਦਿੱਤਾ। ਮੈਂ ਅੱਜ ਸਜ਼ਾ ਪੂਰੀ ਕਰਕੇ ਆਪਣੀ ਘਰ ਆ ਗਈ ਹਾਂ ਤੇ ਆਪਣੇ ਬੱਚੇ ਨਾਲ ਵਧੀਆ ਜ਼ਿੰਦਗੀ ਗੁਜ਼ਾਰ ਰਹੀ ਹਾਂ। ਪਰ ਕਦੇ-ਕਦੇ ਇਹ ਅਫਸੋਸ ਹੁੰਦਾ ਕਿ ਉਸ ਸਮੇਂ ਮੇਰੇ ਹੱਥ ਵਿੱਚ ਡੰਡਾ ਨਾ ਆਉਂਦਾ ਤੇ ਮੇਰੇ ਪਤੀ ਦੀ ਜਾਨ ਨਾ ਜਾਂਦੀ। ਉਸ ਦੀ ਜਾਨ ਲੈਣ ਤੋਂ ਚੰਗਾ ਸੀ ਕਿ ਮੈਂ ਉਸ ਨੂੰ ਛੱਡ ਕੇ ਚਲੀ ਜਾਂਦੀ। ਉਹ ਆਪਣੀ ਜ਼ਿੰਦਗੀ ਜਿਉਂਦਾ ਤੇ ਮੈਂ ਆਪਣੀ ਜ਼ਿੰਦਗੀ ਜਿਉਂਦੀ। ਇਸ ਤਰ੍ਹਾਂ ਕਰਕੇ ਮੈਂ 20-22 ਸਾਲ ਆਪਣੇ ਖਰਾਬ ਕਰ ਲਏ ਸੀ, ਜਿਨ੍ਹਾਂ 'ਤੇ ਮੈਂ ਹੁਣ ਪਛਤਾ ਰਹੀ ਸੀ।